ਪਿਛਲੇ ਦਿਨੀ ਬੇਅਦਬੀ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਕਰਨ ਦੇ ਮਾਮਲੇ ਨੂੰ ਲੈ ਕੇ ਸਿੱਟ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ, ਜਿਹਦੇ ਵਿੱਚ ਕਈ ਤਰ੍ਹਾਂ ਦੇ ਖੁਲਾਸੇ ਹੋਏ ਨੇ ਤੇ ਮੁੱਖ ਨਾਮ ਆਇਆ ਕਿ ਜਿਹੜਾ ਸਿਰਸਾ ਮੁਖੀ ਹੈ ਰਾਮ ਰਹੀਮ ਗੁਰਮੀਤ ਸਿੰਘ, ਉਹ ਸਾਰੇ ਕਾਸੇ ਦੀ ਸਾਜ਼ਿਸ਼ ਘੜਨ ਵਾਲਾ ਹੈ। ਸਾਡੇ ਨਾਲ ਨੇ ਰਜਿੰਦਰ ਕੌਰ ਮੀਮਸਾ। ਇਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੀ ਵੀ ਡੇਰੇ ਸਿਰਸਾ ਨਾਲ ਸਾਂਝ ਪਿਆਲੀ ਸੀਗੀ, ਸੋ ਅਕਾਲੀ ਦਲ ਨੇ ਡੇਰਾ ਸਿਰਸਾ ਦੇ ਮੁਖੀ ਨੂੰ ਤੇ ਉਹਨਾਂ ਦੇ ਸਮਰਥਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਨੇ ਹਾਈ ਕੋਰਟ ਦੇ ਵਿੱਚ ਕੇਸ ਕੀਤਾ, ਜਿਸ ਦੀ ਡੇਟ 7 ਜੁਲਾਈ ਹੈ। ਕੇਸ ਇਹ ਕੀਤਾ ਹੋਇਆ ਕਿ ਸਿੱਟ ਮੇਰੇ ਬਿਆਨ ਦਰਜ ਕਰਾਵੇ, ਪਰ ਸਿੱਟ ਨੇ ਅਜੇ ਤੱਕ ਇਹਨਾਂ ਦੇ ਬਿਆਨ ਦਰਜ ਨਹੀਂ ਕੀਤੇ। ਬੇਅਦਬੀ ਮਾਮਲੇ ਨੂੰ ਲੈ ਕੇ ਗੱਲ ਕਰਦੇ ਹਾਂ, ਅਗਲਾ ਰੁਖ ਕੀ ਇਖਤਿਆਰ ਕਰਨਗੇ ਮੀਮਸਾ ਮੈਮ। ਕੀ ਕੇਸ ਕੀਤਾ ਸੀ ਤੁਸੀਂ ਤੇ ਕਦੋਂ ਕੀਤਾ ਸੀ ਤੇ ਕਿੰਨੀਆਂ ਪੇਸ਼ੀਆਂ ਪੈ ਗਈਆਂ, ਇਹ ਸਾਰਾ ਦੱਸ ਦਿਓ। ਸਭ ਤੋਂ ਪਹਿਲਾਂ ਤਾਂ ਮੈਂ ਸਭੀ ਸੁਣਨ ਵਾਲੇ ਸਰੋਤਾਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਅਰਜ਼ ਕਰਦੀ ਹੈਗੀ ਹਾਂ। ਇਹ ਕੇਸ ਮੈਂ ਨਵੰਬਰ ਦੇ ਵਿੱਚ ਦਾਇਰ ਕੀਤਾ ਸੀਗਾ ਚੰਡੀਗੜ੍ਹ ਹਾਈ ਕੋਰਟ 'ਚ, ਅਤੇ ਪਿਛਲੇ ਸਾਲ ਹਾਂਜੀ ਪਿਛਲੇ ਸਾਲ। ਅਤੇ ਮੇਰੀ ਇਹੀ ਗੁਹਾਰ ਸੀਗੀ ਕਿ ਜਦ ਸਿੱਟ ਕਹਿ ਰਹੀ ਸੀਗੀ ਕਿ ਸਾਨੂੰ ਬੇਅਦਬੀ ਦੇ ਮੈਟਰ ਦੇ ਵਿੱਚ ਕੋਈ ਚਸ਼ਮਦੀਨ ਗਵਾਹ ਨਹੀਂ ਮਿਲ ਰਿਹਾ, ਤਾਂ ਮੈਂ ਅਖਬਾਰ ਦੇ ਵਿੱਚ ਪੜ੍ਹਿਆ ਕਿ ਹਰਸ਼ ਧੂਰੀ ਪੀਓ ਡਿਕਲੇਅਰ ਹੋ ਗਿਆ। ਅਤੇ ਮੈਨੂੰ ਇਹ ਲੱਗਿਆ ਕਿ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਮੈਂ ਦਿੱਲੀ ਹਰਸ਼ ਧੂਰੀ ਦੇਖੇ ਹੈ ਵੀ ਸ਼ਾਇਦ ਉਹ ਹੋ ਸਕਦਾ ਹੈ ਸ਼ਖਸ। ਅਤੇ ਮੈਂ ਕਿਸੇ ਸਿੱਟ ਦੇ ਮੈਂਬਰ ਕੋਲ ਗਈ ਔਰ ਮੈਂ ਉਹਨਾਂ ਨੂੰ ਉਹ ਫੋਟੋ ਦਿਖਾ ਕੇ ਪੁੱਛਿਆ ਕਿ ਇਹੀ ਹਰਸ਼ ਧੂਰੀ ਹੈ, ਅਤੇ ਤੁਸੀਂ ਅੱਜ ਤੱਕ ਫੋਟੋਆਂ ਜਨਤਕ ਕਿਉਂ ਨਹੀਂ ਕੀਤੀਆਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਇਹ ਹਰਸ਼ ਧੂਰੀ ਹੈ ਜਾਂ ਦੋ ਹੋਰ ਜਿਹੜੇ ਭਗੌੜੇ ਡਿਕਲੇਅਰ ਕੀਤੇ ਆ, ਪੀਓ ਡਿਕਲੇਅਰ ਕੀਤੇ ਆ ਉਹਨਾਂ ਦੀਆਂ। ਤਾਂ ਉਹਨਾਂ ਨੇ ਕਿਹਾ ਵੀ ਸਾਨੂੰ ਉੱਪਰੋਂ ਆਦੇਸ਼ ਸੀਗਾ ਵੀ ਅਸੀਂ ਫੋਟੋਆਂ ਜਨਤਕ ਨਹੀਂ ਕਰ ਸਕਦੇ ਸੀ। ਮੈਨੂੰ ਬਹੁਤ ਅਚੰਭਾ ਲੱਗਿਆ, ਹੈਰਾਨੀ ਹੋਈ ਕਿ ਕਿਸੇ ਦੀ ਬਾਲੀਆਂ ਖੋਂਦਾ ਹੈ, ਕੋਈ ਮੋਬਾਈਲ ਚੋਰੀ ਹੁੰਦਾ ਜਾਂ ਕਿਸੇ ਦੇ ਘਰੇ ਕੁਝ ਵੀ ਵਾਰਦਾਤ ਹੁੰਦੀ ਹੈ ਤਾਂ ਪੁਲਿਸ ਨਾਲ ਦੀ ਨਾਲ ਹੀ ਉਹਨਾਂ ਦੇ ਸਕੈਚ ਜਾਰੀ ਕਰਦੀ ਹੈ ਜਾਂ ਆਪਣੇ ਏਜੰਟਾਂ ਰਾਹੀਂ ਉਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕਰਦੀ ਹੈ। ਬਟ ਇਹ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਐਡਾ ਵੱਡਾ ਇਨਸਾਫ ਦਾ ਮੁੱਦਾ ਸੀਗਾ ਵੀ ਇਹ 'ਤੇ ਕਿਉਂ ਨਹੀਂ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਕੀਤੀ। 4 ਸਿੱਟਾਂ ਬਣ ਚੁੱਕੀਆਂ ਪੰਜਾਬ ਦੇ ਵਿੱਚ, ਤੇ ਮੈਨੂੰ ਬਹੁਤ ਦੁੱਖ ਹੋਇਆ ਜਦ ਮਾਮਲੇ ਦੀ ਡੇਟ ਕਿੰਨੀ ਹੈ ਤੇ ਉਸ ਡੇਟ ਤੇ ਕਿਹਨੂੰ ਨੋਟਿਸ ਹੋਇਆ ਹੈ? ਦੇਖੋ, ਪਰਸੋਂ ਜਦ ਸਿੱਟ ਨੇ ਆਪਣੀ ਰਿਪੋਰਟ ਇਹਨਾਂ ਨੂੰ ਆਪਣੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦਿੱਤੀ ਹੈ ਸਪੋਰਟ। ਭਗਵੰਤ ਮਾਨ ਨੇ ਸਿੱਖ ਜਥੇਬੰਦੀਆਂ ਨੂੰ ਦਿੱਤੀ ਹੈ ਰਿਪੋਰਟ, ਇਦਾਂ ਕਹੋ। ਦੇਖੋ, ਸਿੱਖ ਜਥੇਬੰਦੀਆਂ ਨਹੀਂ ਮੈਂ ਕਹਿ ਸਕਦੀ, ਕਿਉਂਕਿ ਬਾਈਬਲ ਕਾਂਡ ਦੇ ਉੱਪਰ ਜੋ ਧਰਨੇ ਦੇ ਵਿੱਚ ਬੈਠੇ ਹੈ ਅੱਜ ਤੱਕ ਇਨਸਾਫ ਦੀ ਉਡੀਕ ਕਰ ਰਹੇ ਹੈ, ਉਹਨਾਂ ਨੂੰ ਕਿਉਂ ਨਹੀਂ ਸੱਦਿਆ ਗਿਆ? ਉਹਨਾਂ ਨੂੰ ਬੁਲਾ ਕੇ ਹੈਂਡਓਵਰ ਕਰਨੀ ਸੀ ਨਾ, ਤੇ ਉਹਨਾਂ ਤੋਂ ਪੁੱਛਣਾ ਸੀਗਾ ਵੀ ਕੀ ਤੁਸੀਂ ਇਹ ਤੋਂ ਸੰਤੁਸ਼ਟ ਹੈਗੇ ਹੋ ਰਿਪੋਰਟ ਤੋਂ। ਉਸ ਤੋਂ ਬਾਅਦ ਹੀ ਇਸ ਨੂੰ ਸਰਕਾਰ ਨੇ ਆਪਣੇ ਹੱਥ 'ਚ ਲੈਣਾ ਸੀ ਜਾਂ ਕੋਰਟ ਵੱਲ ਭੇਜਣਾ ਸੀ। ਬਟ ਉਹਨਾਂ ਨੇ ਸਿੱਟ ਨੇ ਮੂਰਖੀ ਬਣਾਇਆ ਭਗਵੰਤ ਮਾਨ ਜੀ ਨੂੰ। ਬੜੇ ਸਿਆਣੇ ਔਰ ਸੂਝਵਾਨ ਸੀਐਮ ਸਾਹਿਬ ਹੈਗੇ ਹੈ, ਪੰਜਾਬ ਦੇ ਵਿਕਾਸ ਲਈ ਇੰਨਾ ਕੁਝ ਸੋਚ ਰਹੇ ਹੈ, ਤਾਂ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਅਣਦੇਖਾ ਕਰ ਦਿੱਤਾ ਹੈਗਾ। ਤੁਹਾਡੇ ਕੇਸ ਨੂੰ ਲੈ ਕੇ ਕਿੰਨੀਆਂ ਪੇਸ਼ੀਆਂ ਪਈਆਂ ਨੇ? ਦੇਖੋ, ਹਾਈ ਕੋਰਟ ਦੇ ਵਿੱਚ ਮੇਰੀਆਂ 4 ਤਰੀਕਾਂ ਪੈ ਚੁੱਕੀਆਂ ਔਰ ਵਧੀਆ ਸੁਣਵਾਈ ਹੋ ਰਹੀ ਹੈ। ਜੱਜ ਸਾਹਿਬ ਤੇ ਮੈਨੂੰ ਪੂਰਾ ਭਰੋਸਾ ਹੈ। ਹਾਲਾਂਕਿ ਪਿਛਲੇ ਮਹੀਨੇ ਨੋਟਿਸ ਵੀ ਲੰਘ ਚੁੱਕਿਆ ਹੈ ਉਹਨਾਂ ਨੂੰ, ਸਰਕਾਰ ਨੂੰ। ਸਿੱਟ ਨੇ ਉਹ ਨੋਟਿਸ ਅਣਦੇਖਾ ਕਰਕੇ ਪਤਾ ਨਹੀਂ ਕਿਉਂ ਮੇਰੇ ਬਿਆਨ ਤਲਬ ਨਹੀਂ ਕਰਵਾਏ ਹੈਗੇ। ਨੋਟਿਸ ਸੀਗਾ ਕੀ ਕਿਹਾ ਸੀ, ਆਦੇਸ਼ ਕੀ ਦਿੱਤੇ ਨੇ ਪਿਛਲੇ ਦਿਨ? ਆਦੇਸ਼ ਕੀਤਾ ਸੀਗਾ ਕਿ ਕੋਰਟ ਵੱਲੋਂ ਜੱਜ ਨੇ ਆਦੇਸ਼ ਇਹ ਕੀਤਾ ਸੀਗਾ ਕਿ ਤੁਸੀਂ ਰਜਿੰਦਰ ਕੌਰ ਰਾਣੀ ਨਾਮ ਨਾਲ ਮੇਰਾ ਉਹਦੇ ਵਿੱਚ ਕੋਰਟ ਦੇ ਵਿੱਚ ਫਾਈਲ ਕੀਤਾ ਹੋਇਆ ਕੇਸ, ਔਰ ਜਰਨੈਲ ਸਿੰਘ ਮੇਰੇ ਹਸਬੈਂਡ ਦਾ ਨਾਮ ਹੈਗਾ, ਵੀ ਤੁਸੀਂ ਇਹਨਾਂ ਨੂੰ ਸੁਣੋ। ਅਗਰ ਤੁਹਾਨੂੰ ਠੀਕ ਲੱਗਦਾ ਹੈ ਤਾਂ ਇਹਦੇ ਬਿਆਨ ਜ਼ਰੂਰ ਸਿੱਟ ਦੇ ਰਿਪੋਰਟ ਦੇ ਵਿੱਚ ਦਰਜ ਕਰਵਾਓ ਔਰ ਸਹੀ ਜਿਹੜੇ ਹੋਣਗੇ ਲੋਕ ਉਹਨਾਂ ਨੂੰ ਫੜਿਆ ਜਾ ਸਕੇ। ਔਰ ਅਗਰ ਤੁਹਾਨੂੰ ਲੱਗਦਾ ਵੀ ਲੋੜੀਂਦਾ ਨਹੀਂ ਹੈਗੇ ਤਾਂ ਬਿਆਨ ਤੁਸੀਂ ਵਿਡਰੋ ਵੀ ਕਰ ਸਕਦੇ ਹੋ। ਬਟ ਜਦ ਮੇਰੀ ਗੱਲ ਸੁਣੀ ਨਹੀਂ ਸਿੱਟ ਨੇ ਤਾਂ ਫਿਰ ਉਹਦੇ ਵਿੱਚ ਸੱਚ ਝੂਠ ਨੂੰ ਲੈ ਕੇ ਕਿਵੇਂ ਆਂਦੇ? ਇਹ ਇਲਜ਼ਾਮ ਨੇ ਕਿ ਡੇਰਾ ਦੇ ਜਿਹੜੇ ਪ੍ਰੇਮੀ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨਾਲ, ਡੇਰਾ ਪ੍ਰੇਮੀਆਂ ਦੇ ਪ੍ਰਬੰਧਕਾਂ ਨਾਲ ਸੰਪਰਕ ਸੀਗਾ ਸੁਖਬੀਰ ਬਾਦਲ ਦਾ। ਉਹ ਤੁਸੀਂ ਕਦੋਂ ਉਹਨਾਂ ਨੂੰ ਦੇਖਿਆ, ਕਿੱਥੇ ਦੇਖਿਆ? ਦੇਖੋ, ਡੇਰਾ ਪ੍ਰੇਮੀਆਂ ਨਾਲ ਸੁਖਬੀਰ ਦੇ ਬਹੁਤ ਅੱਛੇ ਸੰਬੰਧ ਸੀਗੇ। ਮੈਂ ਪੂਰਾ ਸਬੂਤ ਨਾਲ ਕਹਿ ਸਕਦੀ ਹਾਂ ਕਿ ਮੈਂ ਉੱਥੇ ਦੇਖਿਆ ਉਹਨਾਂ ਨੂੰ ਮਿਲਦੇ ਗਿਲਦੇ। ਸੁਖਬੀਰ ਜੀ ਨੇ ਹਮੇਸ਼ਾ ਡੇਰੇ ਨੂੰ ਵਰਤਿਆ ਵੋਟ ਬੈਂਕ ਦੇ ਤੌਰ ਤੇ, ਔਰ ਦੂਸਰੇ ਨੰਬਰ ਤੇ ਹੁਣ ਉਹ ਪੱਲਾ ਝਾੜ ਕੇ ਸਾਰਾ ਠਿਕਰਾ ਡੇਰਾ ਪ੍ਰੇਮੀਆਂ ਤੇ ਫੋੜਨਾ ਚਾਹੁੰਦੇ ਆ। ਦੇਖੋ, ਸਾਰੇ ਡੇਰਾ ਪ੍ਰੇਮੀ ਦੁਖੀ ਨਹੀਂ ਹੋ ਸਕਦੇ। ਕੁਝ ਲੋਕ ਉਸ ਟਾਈਮ ਆਪਣੀ ਜ਼ਮੀਰਾਂ ਵੇਚ ਦਿੰਦੇ ਆ ਔਰ ਇਹੀ ਜਿਹੇ ਸਿਆਸੀ ਲੀਡਰਾਂ ਦੀ ਚੁੰਗਲ 'ਚ ਫਸ ਜਾਂਦੇ ਆ, ਤਾਂ ਉਹਨਾਂ ਦੇ ਵਿੱਚੋਂ ਸ਼ਾਇਦ ਇਹ ਲੋਕ ਹੋਣਗੇ। ਔਰ ਹੁਣ ਉਹ ਡੇਰਾ ਪ੍ਰੇਮੀ ਕਿਹੜਾ ਜਾਂਦਾ ਸੀਗਾ ਪ੍ਰਬੰਧਕਾਂ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਦੇ ਦਿੱਲੀ ਘਰ ਦੇ ਵਿੱਚ? ਸਭ ਤੋਂ ਤੁਸੀਂ ਕਦੋਂ ਦੇਖਿਆ? ਦੇਖੋ, ਸਭ ਤੋਂ ਮੁੱਖ ਤਾਂ ਮੈਨੂੰ ਜਗਜੀਤ ਸਿੰਘ ਬਾਲੇ ਵਾਲੀ ਪਿੰਡ ਤੋਂ ਲੱਗੇ, ਜਿਹੜੇ ਬਠਿੰਡੇ ਦੇ ਨੇੜੇ ਆ ਪਿੰਡ। ਉਹ ਐਡਮਨ ਬਲਾਕ ਦੇ ਮੁਖੀ ਹੈਗੇ ਆ ਤੇ ਕਾਫੀ ਆਪਣੇ ਆਪ ਨੂੰ ਕੱਦਾਵਰ ਸਰਸੇ ਦਾ ਇੰਚਾਰਜ ਕੁਹਾਂਦੇ ਹੈਗੇ ਆ। ਔਰ ਦੂਸਰੇ ਨੰਬਰ ਤੇ ਹਰਸ਼ ਧੂਰੀ ਨੂੰ ਲੈ ਕੇ ਜਾਂਦੇ ਸੀ। ਉਹ ਥੋੜੀ ਯੰਗ ਏਜ ਦਾ ਮੁੰਡਾ ਹੈਗਾ, ਹੋ ਸਕਦਾ ਹੈ ਕਿਸ ਨਜ਼ਰੀਏ ਨਾਲ ਉਹਨਾਂ ਨੂੰ ਯੂਜ਼ ਕੀਤਾ। ਇਹ ਤਾਂ ਉਹਨਾਂ ਦੇ ਪੀਓ ਡਿਕਲੇਅਰ ਹੋਏ ਨੇ, ਮਿਲਣ ਤੇ ਹੀ ਆਪਾਂ ਨੂੰ ਪਤਾ ਲੱਗੇਗਾ ਨਾ, ਜਦ ਪੁਲਿਸ ਉਹਨੂੰ ਫੜੇਗੀ ਜਾਂ ਸੁਖਬੀਰ ਬਾਦਲ ਨੂੰ ਬੁਲਾ ਕੇ ਪੁੱਛਗਿੱਛ ਕਰੇਗੀ। ਇਹ ਬੇਅਦਬੀ ਜਦੋਂ ਹੋਈ ਉਦੋਂ ਬਾਅਦ ਸੁਖਬੀਰ ਬਾਦਲ ਦੇ ਸੰਪਰਕ ਦੇ ਵਿੱਚ ਸੀਗੇ?
ਹਾਂਜੀ ਬਿਲਕੁਲ, ਕਿਉਂਕਿ 16 ਦੇ ਲਾਸਟ ਦਸੰਬਰ ਦੇ ਵਿੱਚ ਮੈਂ ਗਈ ਸੀ ਦਿੱਲੀ। 12 ਸਫਦਰਜੰਗ ਰੋਡ ਦਿੱਲੀ, ਜਿਹੜੀ ਸਰਦਾਰ ਸੁਖਬੀਰ ਸਿੰਘ ਬੀਬਾ ਹਰਸਿਮਰਤ ਕੌਰ ਬਾਦਲ ਦੀ ਪੱਕੀ ਰਿਹਾਇਸ਼ ਹੈ, ਸਰਕਾਰੀ ਰਿਹਾਇਸ਼ ਹੈ, ਉੱਥੇ ਮੈਂ ਉਹਨਾਂ ਨੂੰ ਵੇਖਿਆ। ਉਸ ਤੋਂ ਬਾਅਦ ਜਦ 17 ਦੀਆਂ ਵੋਟਾਂ ਪੈ ਗਈਆਂ ਉਸ ਤੋਂ ਬਾਅਦ ਦੇਖਿਆ, ਫਿਰ ਕਾਂਗਰਸ ਪਾਰਟੀ ਦੀ ਸਰਕਾਰ ਬਣ ਗਈ ਸੀ, ਉਸ ਤੋਂ ਬਾਅਦ ਵੀ ਮੈਂ ਦੇਖਿਆ। ਔਰ ਈਵਨ ਉਹਨਾਂ ਦੀਆਂ ਗੱਲਾਂ ਸੀ ਜਿਹੜੇ ਮੇਰੇ ਨਾਲ ਨਹੀਂ ਸਾਂਝੀਆਂ ਹੋਈਆਂ, ਕਿਉਂਕਿ ਉੱਥੇ ਉਦੋਂ ਕਾਫੀ ਭੀੜ ਨਹੀਂ ਹੁੰਦੀ ਸੀ। ਮੈਨੂੰ ਚਰਨਜੀਤ ਬਰਾੜ ਵੀਰ ਜੀ ਇਕੱਲਿਆਂ ਨੂੰ ਟਾਈਮ ਦਿੰਦੇ ਸੀ ਮਿਲਣ ਦਾ। ਇਸ ਕਰਕੇ ਦੇਖੋ, ਚਰਨਜੀਤ ਬਰਾੜ ਵੀਰ ਜੀ ਨੇ ਟਾਈਮ ਇਸ ਕਰਕੇ ਦਿੰਦੇ ਸੀ ਵੀ ਮੈਡਮ ਮਿਲेंगी ਤਾਂ ਖੁੱਲਾ ਟਾਈਮ ਮਿਲ ਜਾਏਗਾ। ਉਸ ਟਾਈਮ ਸਾਡੀ ਕੋਈ ਮਨਸ਼ਾ ਇਸ ਤਰ੍ਹਾਂ ਨਹੀਂ ਹੁੰਦੀ ਸੀ ਵੀ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਕੋਈ ਬਲੇਮ ਲਾਣਾ ਹੈ ਤਾਂ ਮੈਂ ਕੋਈ ਕਹਾਣੀ ਰਚ ਰਹੀ ਹਾਂ। ਇਹ ਤਾਂ ਕੁਦਰਤ ਦਾ ਭਾਣਾ ਵਾਪਰਿਆ, ਹਾਲਾਤ ਬਣੇ ਤੇ ਮੈਨੂੰ ਸੱਚਾਈ ਸਾਹਮਣੇ ਰੱਖਣ ਦਾ ਕੋਈ ਮੌਕਾ ਮਿਲਿਆ। ਹਰਸਿਮਰਤ ਕੌਰ ਬਾਦਲ ਦੇ ਕੀ ਲੱਗੇ ਸੀ ਉਸ ਟਾਈਮ? ਮੈਂ ਹਰਸਿਮਰਤ ਕੌਰ ਬਾਦਲ ਜੀ ਨੇ ਮੈਨੂੰ ਕੰਮ ਨੂੰ ਦੇਖਦੇ, ਕਿਉਂਕਿ ਮਾਨਸਾ ਬਾਈ ਇਲੈਕਸ਼ਨ 'ਚ ਮੈਨੂੰ ਉਹਨਾਂ ਨੇ ਕੋਆਰਡੀਨੇਟਰ ਲਾਇਆ ਸੀਗਾ, ਤੇ ਉੱਥੋਂ ਅਸੀਂ ਕਾਫੀ ਵਧੀਆ ਲੀਡ ਨਾਲ ਉੱਥੋਂ ਬੀਬਾ ਜੀ ਦੀ ਵੋਟਾਂ ਕੱਢੀਆਂ, ਤੇ ਉਹਨਾਂ ਨੇ ਖੁਸ਼ ਹੋ ਕੇ ਮੈਨੂੰ ਮੁੱਖ ਸਲਾਹਕਾਰ ਦਾ ਅਹੁਦਾ ਦਿੱਤਾ, ਅਤੇ ਮੈਂ ਅਕਸਰ ਹੀ ਬੀਬਾ ਜੀ ਦੇ ਜੋ ਦਿੱਤੇ ਹੋਏ ਕੰਮਾਂ ਤੇ ਹੀ ਫੋਕਸ ਕਰ ਰਹੀ ਸੀ। ਬਦਲੇ ਤੁਹਾਨੂੰ ਕੋਈ ਪੇਮੈਂਟ ਵੀ ਮਿਲਦੀ ਸੀ ਕਿ ਫ੍ਰੀ ਸੇਵਾ ਸੀ? ਮੈਂ ਤਾਂ ਘਰ ਫੂਕ ਤਮਾਸ਼ਾ ਦੇਖਿਆ ਹੈ ਜੀ। ਮੈਂ ਕੋਈ ਅੱਜ ਤੱਕ ਬੀਬਾ ਜੀ ਤੋਂ 1 ਰੁਪਏ ਦਾ ਕੰਮ ਨਹੀਂ ਲਿਆ ਤੇ ਨਾ ਕਦੀ ਪੈਸੇ ਦੀ ਮੰਗ ਕੀਤੀ ਹੈ। ਹਾਲਾਂਕਿ ਐਮਪੀ ਇਲੈਕਸ਼ਨ ਦੇ ਦੌਰਾਨ ਉਹਨਾਂ ਨੇ ਮੈਨੂੰ ਫੰਡਿੰਗ ਦੀ ਆਫਰ ਕੀਤੀ ਸੀ, ਮੈਂ ਔਨ ਰਿਕਾਰਡ ਕਹਿ ਰਹੀ ਹਾਂ, ਇਸ ਕਰਕੇ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਪੈਸਾ ਵੈਸਾ ਚੱਲਦਾ ਰਹਿੰਦਾ ਹੈ। ਬਟ ਮੈਂ ਬੀਬਾ ਜੀ ਨੂੰ ਸਪਸ਼ਟ ਕਹਿਤਾ ਸੀ, ਬੀਬਾ ਜੀ ਜੇ ਮਿਹਨਤ ਕੀਤੀ ਤਾਂ ਵੋਟਾਂ ਜ਼ਰੂਰ ਪੈਣਗੀਆਂ, ਪੈਸੇ ਨਾਲ ਕਦੀ ਵੋਟਾਂ ਨਹੀਂ ਪਵਾਈਆਂ ਸੀ। ਮੰਨ ਕੇ ਚੱਲਦੇ ਹੋ ਇੱਕ ਸਿੱਖ ਹੋਣ ਦੇ ਨਾਤੇ ਕਿ ਅਕਾਲੀ ਦਲ ਦੀ ਜਦੋਂ ਸਰਕਾਰ ਸੀ, ਜੇ ਅਕਾਲੀ ਦਲ ਦੀ ਸਰਕਾਰ ਚਾਹੁੰਦੀ ਤਾਂ ਬੇਅਦਬੀ ਦੇ ਦੋਸ਼ੀ ਅੰਦਰ ਦਿੱਤੇ ਜਾ ਸਕਦੇ ਸੀ, ਉੱਥੇ ਢਿੱਲ ਵਰਤੀ ਗਈ। ਮੈਂ ਅਕਸਰ ਸੁਖਬੀਰ ਜੀ ਨੂੰ ਕਹਿੰਦੇ ਸੁਣਿਆ ਮੀਡੀਆ ਰਾਹੀਂ ਕਿ ਸਾਡੀ 2015 'ਚ ਸਰਕਾਰ ਸੀ ਔਰ ਇਹ ਮੰਦਭਾਗੀ ਘਟਨਾ ਉਸ ਟਾਈਮ ਹੋਈ, ਪਰ ਅਸੀਂ ਦੋਖੀਆਂ ਨੂੰ ਪਹਿਚਾਣ ਨਹੀਂ ਸਕੇ। ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਮੈਂ ਹੱਥ ਜੋੜ ਕੇ ਤੁਹਾਨੂੰ ਕਹਿੰਦੀ ਹਾਂ, ਐਡਾ ਝੂਠ ਤੇ ਫਰੇਬ ਨਾ ਬੋਲੋ। ਹਰਸ਼ ਧੂਰੀ ਤੁਹਾਨੂੰ ਮਿਲਦਾ ਰਿਹਾ ਉਸ ਬੇਅਦਬੀ ਤੋਂ ਬਾਅਦ ਵੀ, 16 'ਚ 17 'ਚ, ਉਸ ਤੋਂ ਬਾਅਦ ਉਹ ਤੁਹਾਨੂੰ ਕਹਿ ਰਹੇ ਸੀ ਕਿ ਸਾਡਾ ਕੁਝ ਕਰੋ, ਕਾਂਗਰਸ ਦੀ ਸਰਕਾਰ ਬਣ ਗਈ। ਤੁਸੀਂ ਹਿੱਕ ਠੋਕ ਕੇ ਕਿਹਾ ਸੀ ਇਹ ਵੀ ਆਪਣੀ ਸਰਕਾਰ ਹੈ, ਘਬਰਾਉਣ ਦੀ ਲੋੜ ਨਹੀਂ, ਤੁਹਾਡਾ ਕਰਤਾ ਤੇ ਤੁਹਾਨੂੰ ਛੇਤੀ ਫੋਨ ਆ ਜਾਏਗਾ ਤੇ ਆਪਾਂ ਮਿਲਦੇ ਹਾਂ। ਅੱਜ ਵੀ ਉਹ ਵਰਡ ਮੇਰੇ ਕੰਨਾਂ 'ਚ ਰੇਂਗਦੇ ਆ। ਕਿਹੜੇ ਗੁਰੂ ਗ੍ਰੰਥ ਸਾਹਿਬ ਕੋਲ ਜਾਣਾ ਹੈ, ਹਰਮੰਦਰ ਸਾਹਿਬ ਜਾਣਾ ਹੈ, ਦੁੱਖਨ ਮਾਰਨ ਜਾਣਾ ਹੈ, ਮੈਨੂੰ ਜਿਹੜੇ ਤੇ ਤੁਹਾਨੂੰ ਯਕੀਨ ਹੈ ਉੱਥੇ ਬੁਲਾ ਲਓ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਪੂਰਾ ਪਰਿਵਾਰ ਲੈ ਕੇ ਉੱਥੇ ਖੜਨ ਨੂੰ ਤਿਆਰ ਹੈ ਤੇ ਸਹੁੰ ਚੁੱਕਣ ਨੂੰ ਤਿਆਰ ਹੈ। ਇਹ 7 ਜੁਲਾਈ ਦੀ ਡੇਟ ਆ ਗਈ ਹਾਈ ਕੋਰਟ ਦੇ ਵਿੱਚ ਨੇੜੇ, ਜਿਹੜੇ ਤੁਸੀਂ ਪਟੀਸ਼ਨ ਪਾਈ ਆ, 7 ਜੁਲਾਈ ਨੂੰ ਆਪਣਾ ਕਿਹੜਾ ਪੱਖ ਰੱਖੋਗੇ ਹਾਈ ਕੋਰਟ ਦੇ ਵਿੱਚ? ਦੇਖੋ 7 ਜੁਲਾਈ ਨੂੰ ਪਹਿਲਾਂ ਤਾਂ ਮੇਰੇ ਜਿਹੜੇ ਵਕੀਲ ਹੈਗੇ ਆ ਉਹ ਆਪਣੇ ਆਪ ਨੂੰ ਕਹਿ ਰਹੇ ਨੇ ਮੈਂ ਬਿਮਾਰ ਚੱਲ ਰਿਹਾ ਹੈਗਾ ਨਾ ਇਸ ਟਾਈਮ, ਤੇ ਉਹ ਜਦ ਮਿਲਦੇ ਆ ਤਾਂ ਮੈਂ ਉਹਨਾਂ ਨੂੰ ਕਹੂੰਗੀ ਕਿ ਸਿੱਟ ਨੇ ਤਾਂ ਰਿਪੋਰਟ ਪੇਸ਼ ਕਰਤੀ, ਤੁਸੀਂ ਜੱਜ ਸਾਹਿਬ ਨੂੰ ਰਿਕੁਐਸਟ ਕਰੋ ਕਿ ਸਿੱਟ ਨੂੰ ਇੱਕ ਵਾਰ ਦੁਬਾਰਾ ਸਖਤੀ ਨਾਲ ਕਹਿਣ ਕਿ ਇੱਕ ਵਾਰ ਇਹਨਾਂ ਦੇ ਬਿਆਨ ਲਿੱਤੇ ਜਾਣ। ਅਗਰ ਉਹਦੇ ਵਿੱਚ ਕੋਈ ਸੱਚ ਲੱਗਦਾ ਹੈ ਤਾਂ ਸਿੱਖ ਕੌਮ ਨੂੰ ਸਹੀ ਮਾਇਨੇ 'ਚ ਇਨਸਾਫ ਮਿਲ ਸਕਦਾ ਹੈ, ਨਹੀਂ ਤਾਂ ਉਹ ਸਿੱਟ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਹੈ ਉਹ ਸਿਰਫ ਕਾਗਜ਼ੀ ਤੇ ਦਿਖਾਵੇ ਦੀ ਹੈ। ਤੁਹਾਡੇ ਬਿਆਨ ਦਰਜ ਨਾ ਕੀਤੇ ਫਿਰ ਤੁਸੀਂ ਅਦਾਲਤੀ ਮਾਨਹਾਨੀ ਦਾ ਕੇਸ ਵੀ ਪਾਓਗੇ ਸਿੱਟ ਉੱਤੇ? ਬਿਲਕੁਲ ਜੀ, ਫਰਜ਼ ਬਣਦਾ ਹੈ। ਮੈਂ ਮਾਨਹਾਨੀ ਦਾ ਕੇਸ ਨਾ ਕੇਵਲ ਕੋਰਟ ਦੇ ਉੱਪਰ ਪੇਸ਼ ਕਰੂੰਗੀ, ਬਲਕਿ ਸੀਨੀਅਰ ਜਿਹੜੇ ਸਿੱਟ ਦੇ ਮੈਂਬਰ ਸੀਗੇ ਉਹਨਾਂ ਨੂੰ ਵੀ ਇਸ ਦੇ ਵਿੱਚ ਬੇਨਤੀ ਪਾਉਂਗੀ, ਹੈ ਕੋਰਟ ਵੱਲੋਂ ਲੈਟਰ ਇਸ਼ੂ ਕਰਵਾਉਂਗੀ ਕਿ ਉਹਨਾਂ ਨੇ ਕਿਉਂ ਨਹੀਂ ਮੇਰੇ ਬਿਆਨ ਤਲਬ ਕਰਾਏ। ਅਦਾਲਤ 'ਚ ਇੱਕ ਕੇਸ ਹੋਰ ਪਾਉਣਾ ਪਊਗਾ ਸਿੱਟ ਉੱਤੇ ਕਿ ਅਦਾਲਤ ਨੇ ਆਰਡਰ ਦਿੱਤੇ ਸੀ, ਮਾਨਯੋਗ ਹਾਈ ਕੋਰਟ ਨੇ ਉਹ ਇੰਪਲੀਮੈਂਟ ਨਹੀਂ ਕੀਤੇ, ਜਿਸ ਕਾਰਨ ਇਹਨਾਂ ਨੇ ਅਦਾਲਤ ਦੀ ਮਾਨਹਾਨੀ ਕੀਤੀ ਆ। ਸਿੱਟ ਦੇ ਮੈਂਬਰਾਂ ਤੇ ਉਹ ਕੇਸ ਬਣੇਗਾ। ਦੇਖੋ ਇਹ ਤਾਂ ਮੈਂ ਆਪਣੇ ਵਕੀਲ ਸਾਹਿਬ ਨਾਲ ਨਹੀਂ ਗੱਲ ਕਰਕੇ ਗਾਈਡਲਾਈਨ ਲੂੰਗੀ ਕਿ ਮੈਨੂੰ ਅਗਲਾ ਸਟੈਪ ਕੀ ਚੱਕਣਾ ਹੈ, ਕਿਉਂਕਿ ਮੈਨੂੰ ਇੰਨੀ ਕੋਰਟ ਕਚਹਿਰੀਆਂ ਦਾ ਮਤਲਬ ਕਿ ਨਹੀਂ ਪਤਾ ਹੈਗਾ, ਤੇ ਮੈਂ ਤਾਂ ਸਿਰਫ ਇੱਕ ਹਾਂਜੀ ਮੈਂ ਤਾਂ ਸਿਰਫ ਇੱਕ ਰੱਬ ਤੇ ਭਰੋਸਾ ਕਰਕੇ ਚੱਲੀ ਹੋਈ ਹਾਂ ਸੱਚ ਨੂੰ ਅੱਗੇ ਲੈ ਕੇ। ਬਾਕੀ ਆਪਣੇ ਆਪ ਹੀ ਵਾਹਿਗੁਰੂ ਰਸਤਾ ਦਿਖਾਉਂਦਾ ਜਾਏਗਾ ਤਾਂ ਮੈਂ ਅੱਗੇ ਤੁਰਦੀ ਰਹੂੰਗੀ। ਤੁਹਾਡੇ ਚੈਨਲ ਰਾਹੀਂ ਮੈਂ ਇਹੀ ਸਭ ਨੂੰ ਬੇਨਤੀ ਕਰੂੰਗੀ ਸਿੱਖ ਕੌਮ ਨੂੰ ਕਿ ਮੇਰਾ ਸਾਥ ਦਿਓ, ਵੱਧ ਤੋਂ ਵੱਧ ਸੱਚ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਓ। ਔਰ ਦੂਸਰਾ, ਜਿਹੜੀ ਸਿੱਟ ਨੇ ਰਿਪੋਰਟ ਦਿੱਤੀ ਹੈ ਉਹ ਬਿਲਕੁਲ ਬੇਬੁਨਿਆਦ ਝੂਠੀ ਰਿਪੋਰਟ ਹੈ, ਉਸ ਤੇ ਯਕੀਨ ਨਾ ਕਰੋ। ਮੈਮ ਸਾਹਿਬ ਦੱਸੋ ਕਿ ਤੁਹਾਨੂੰ ਕੀ ਪਰੇਸ਼ਾਨੀ ਹੈ, ਮਤਲਬ ਜਦੋਂ ਕਿ ਸਿੱਟ ਨੇ ਰਿਪੋਰਟ ਦਿੱਤੀ, ਕੁਝ ਬੰਦੇ ਅੰਦਰ ਵੀ ਨੇ, ਡੇਰਾ ਜਿਹੜਾ ਮੁਖੀ ਹੈ ਰਾਮ ਰਹੀਮ ਗੁਰਮੀਤ ਸਿੰਘ, ਉਹਨੂੰ ਵੀ ਮਤਲਬ ਕਹਿ ਸਕਦੇ ਹਾਂ ਕਿ ਦੋਸ਼ੀ ਮੰਨ ਲਿਆ ਗਿਆ, ਫਿਰ ਤੁਹਾਨੂੰ ਕੀ ਹੁਣ ਦਿੱਕਤ ਹੈ? ਜਿਹੜੇ ਦੋਸ਼ੀ ਨੇ ਉਹ ਤਾਂ ਤਕਰੀਬਨ ਅੰਦਰ ਹੋ ਜਾਣਗੇ ਜਾਂ ਉਹਨਾਂ 'ਤੇ ਕਾਰਵਾਈ ਹੋ ਜਾਏਗੀ, ਤੁਹਾਨੂੰ ਹੁਣ ਕੀ ਦਿੱਕਤ ਹੈ? ਦੇਖੋ ਇਸ ਕੇਸ ਨੂੰ ਮੇਰੇ ਖਿਆਲ ਜੀ 7-8 ਸਾਲ ਹੋ ਚੁੱਕੇ ਹੈ ਚਲਦੇ ਨੂੰ। ਉਹ ਪੀਓ ਡਿਕਲੇਅਰ ਹੋ ਚੁੱਕੇ ਹੈ ਹਰਸ਼ ਧੂਰੀ ਤੇ ਉਹਨਾਂ ਦੇ 2 ਹੋਰ ਸਾਥੀ। ਜਦ ਪੁਲਿਸ ਨੇ 6 ਸਾਲਾਂ 'ਚ ਨਹੀਂ ਉਹਨਾਂ 'ਤੇ ਕੋਈ ਪੈਰਵਾਈ ਕੀਤੀ ਹੈਗੀ, ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ, ਤਾਂ ਮੈਂ ਸਮਝਦੀ ਹਾਂ ਕਿ ਅੱਜ ਸਿੱਟ ਉਹਨਾਂ ਵਾਸਤੇ ਕੀ ਕਰੇਗੀ। ਹੁਣ ਅੱਗੇ ਜਾ ਕੇ ਕੇਸ ਹੀ ਡਿਸਕਲੋਜ਼ ਹੋ ਜਾਏਗਾ, ਫਿਰ ਕੌਣ ਫੜੇਗਾ, ਕੌਣ ਇਸ 'ਤੇ ਪੈਰਵਾਈ ਕਰੇਗਾ। ਰਹੀ ਗੱਲ, ਮੈਨੂੰ ਕੋਈ ਕਿਸੇ ਤੋਂ ਤਕਲੀਫ ਨਹੀਂ ਹੈਗੀ। ਮੇਰੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਵੀ ਇਸ ਮਾਮਲੇ ਦੀ ਜਾਂਚ ਹੋਵੇ ਕਿ ਸੁਖਬੀਰ ਬਾਦਲ ਨੇ ਮੁਲਜ਼ਮਾਂ ਨੂੰ ਕਿਉਂ ਬਚਾਇਆ, ਇਹੀ ਤੁਹਾਡਾ ਮੇਨ ਪੁਆਇੰਟ ਆ?
ਮੇਰਾ ਮੇਨ ਪੁਆਇੰਟ ਤਾਂ ਇਹ ਹੈਗਾ ਵੀ ਜੇ ਅਗਰ ਇਨਸਾਫ ਲੈਣਾ ਹੈ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਦਾ, ਤਾਂ ਇੱਕ ਵਾਰ ਸੁਖਬੀਰ ਸਿੰਘ ਬਾਦਲ ਨੂੰ ਜਨਤਾ ਦੀ ਕਟਹਿਰੇ ਦੇ ਵਿੱਚ ਪੇਸ਼ ਹੋਣਾ ਚਾਹੀਦਾ ਹੈ ਔਰ ਉਹਨਾਂ ਨੂੰ ਦੱਸਣਾ ਚਾਹੀਦਾ ਕਿ ਅਰਸ਼ ਧੂਰੀ ਮੇਰੇ ਕੋਲ ਕੀ ਕਰਨ ਆਂਦਾ ਸੀਗਾ। ਮੀਮਸਾ ਜੋ ਕਹਿ ਰਹੀ ਹੈ ਜਾਂ ਤਾਂ ਉਹ ਮੀਡੀਆ ਦੇ ਵਿੱਚ ਆ ਕੇ ਕਹਿਣ ਵੀ ਮੀਮਸਾ ਝੂਠ ਕਹਿ ਰਹੀ ਹੈ, ਮੈਂ ਫਿਰ ਝੂਠ ਦਾ ਜਵਾਬ ਉਹਨਾਂ ਨੂੰ ਸਾਹਮਣੇ ਟੇਬਲ ਤੇ ਬੈਠ ਕੇ ਦੂੰਗੀ। ਔਰ ਜੋ ਵੀ ਕੋਈ ਸਾਇੰਸ ਦਾ ਟੈਸਟ ਹੁੰਦਾ ਹੈ, ਮੈਂ ਉਹ ਟੈਸਟ ਦੇਣ ਨੂੰ ਵੀ ਤਿਆਰ ਹਾਂ, ਆਪਣਾ ਚੈੱਕਅਪ ਕਰਾ ਕੇ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਦੇਣ। ਝੂਠ ਫੜਨ ਵਾਲੀ ਜਿਹੜੀ ਮਸ਼ੀਨ ਟੈਸਟ ਲੈਂਦੇ ਉਹਦੀ ਗੱਲ ਕਰਦੇ ਹੋ? ਬਿਲਕੁਲ ਜੀ, ਨਾਰਕੋ ਟੈਸਟ ਕਰਵਾ ਦੇਣ, ਮੈਨੂੰ ਕੋਈ ਡਰ ਨਹੀਂ ਹੈਗਾ, ਕਿਉਂਕਿ ਸੱਚ ਉਹਦੇ ਵਿੱਚ ਹੀ ਸਾਹਮਣੇ ਆਏਗਾ। ਔਰ ਕਿੱਥੇ ਹਰਸ਼ ਧੂਰੀ ਹੈ, ਇਹ ਸਰਦਾਰ ਸੁਖਬੀਰ ਸਿੰਘ ਬਾਦਲ ਚੰਗੀ ਤਰ੍ਹਾਂ ਜਾਣਦੇ ਆ। ਮੈਂ ਦਾਅਵੇ ਨਾਲ ਅੱਜ ਵੀ ਉਹੀ ਗੱਲ ਕਹਿ ਰਹੀ ਹਾਂ। ਉਸ ਟਾਈਮ ਇਹ ਇਲਜ਼ਾਮ ਲਗਾਉਂਦੇ ਸੀ ਮੀਮਸਾ ਨੂੰ ਟਿਕਟ ਨਹੀਂ ਦਿੱਤੀ, ਸ਼ਾਇਦ ਕਿਸੇ ਪਾਰਟੀ ਨੇ ਇਹਨੂੰ ਬਰਗਲਾਇਆ ਔਰ ਇਸ ਕਰਕੇ ਬਿਆਨ ਦਵਾਏ ਹੈ। ਬਟ ਅੱਜ ਜਦ ਸਿੱਟ ਦੀ ਰਿਪੋਰਟ ਪੇਸ਼ ਹੋਈ ਹੈ, ਮੈਂ ਤਦ ਫਿਰ ਗੰਭੀਰਤਾ ਨਾਲ ਇਸ ਮੁੱਦੇ ਨੂੰ ਲੈ ਰਹੀ ਹਾਂ ਕਿ ਮੈਂ ਇੱਕ ਸਾਲ ਫਿਰ ਚੁੱਪ ਕਰ ਗਈ ਸੀ ਕਿ ਨਹੀਂ, ਸਿੱਟ ਜਦ ਆਪਣੀ ਰਿਪੋਰਟ ਸਬਮਿਟ ਕਰੇਗੀ, ਅਗਰ ਇਨਸਾਫ ਮਿਲ ਗਿਆ ਤਾਂ ਮੈਂ ਸੈਟੀਸਫਾਈਡ ਹਾਂ, ਅਗਰ ਇਨਸਾਫ ਨਹੀਂ ਮਿਲਿਆ ਮੈਂ ਫਿਰ ਆਵਾਜ਼ ਚੁੱਕਾਂਗੀ ਔਰ ਚੁੱਕਦੀ ਰਹਾਂਗੀ। ਸੋ ਇਹ ਸਨ ਰਜਿੰਦਰ ਕੌਰ ਮੀਮਸਾ, ਜਿਨ੍ਹਾਂ ਨੇ ਇੱਕ ਸਿੱਖ ਹੋਣ ਦੇ ਨਾਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਰਿਟ ਦਾਖਲ ਕੀਤੀ ਹੈ ਕਿ ਇਹਨਾਂ ਦੇ ਬਿਆਨ ਦਰਜ ਕੀਤੇ ਜਾਣ ਕਿ ਜਿਹੜੇ ਸਿਰਸਾ ਡੇਰੇ ਦੇ ਪ੍ਰਬੰਧਕ ਸੀ ਉਹ ਲਗਾਤਾਰ ਸੰਪਰਕ ਦੇ ਵਿੱਚ ਸਨ ਅਕਾਲੀ ਦਲ ਦੇ ਆਗੂਆਂ ਨਾਲ। ਬੇਅਦਬੀ ਤੋਂ ਬਾਅਦ ਵੀ ਉਹਨਾਂ ਨੇ ਲਗਾਤਾਰ ਸੰਪਰਕ ਬਣਾਈ ਰੱਖਿਆ। ਇਹਨਾਂ ਨੂੰ ਇਹ ਲੱਗਦਾ ਕਿ ਕੋਈ ਮਿਲੀ ਭੁਗਤ ਜ਼ਰੂਰ ਹੋਈ ਆ। ਇਹ ਮਿਲੀ ਭੁਗਤ ਇਹ ਹੋਈ ਆ ਕਿ ਅਕਾਲੀ ਦਲ ਦੀ ਸਰਕਾਰ ਨੇ ਜਾਣਬੁੱਝ ਕੇ ਜੋ ਬੇਅਦਬੀ ਦੇ ਮੁੱਖ ਮੁਲਜ਼ਮ ਨੇ ਉਹਨਾਂ ਨੂੰ ਲੰਮਾ ਸਮਾਂ ਬਚਾਈ ਰੱਖਿਆ। ਦੇਖਦੇ ਹਾਂ ਹਾਈ ਕੋਰਟ ਦੇ ਵਿੱਚ 7 ਜੁਲਾਈ ਨੂੰ ਅਗਲਾ ਕੀ ਫੈਸਲਾ ਆਉਂਦਾ ਹੈ। ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। मियां मुराद अली जी, खुदा दे घर देर है अंधेर नहीं, हर समस्या दा समाधान। समस्या जिवें लव मैरिज, वशीकरण, किता कराया, लॉटरी नंबर होवे या लोटो मैक्स 649। मेरे और मेरे पति के बीच में बहुत अनबन रहती थी, जिसकी वजह से मैं बहुत सारे तांत्रिकों से मिली पर मुझे कोई समाधान नहीं मिला। उसके बाद मैं मियां मुराद अली जी से मिली, जिससे कि अब मैं अपने वैवाहिक जीवन में बहुत खुश हूँ। ਪਹਿਲਾਂ ਮੇਰਾ ਲਵ ਮੈਰਿਜ ਨੂੰ ਲੈ ਕੇ ਕੋਈ ਵੀ ਕੰਮ ਨਹੀਂ ਬਣ ਰਿਹਾ ਸੀ, ਬਹੁਤ ਜਗ੍ਹਾ ਤੇ ਧੱਕੇ ਖਾਏ। ਫਿਰ ਬਾਅਦ ਵਿੱਚ ਮੈਨੂੰ ਕਿਸੇ ਨੇ ਮੀਆਂ ਮੁਰਾਦ ਜੀ ਅਲੀ ਬਾਰੇ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਵਾਹਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ। ਕਾਰੋਬਾਰ ਇੱਕਦਮ ਠੱਪ ਹੋ ਗਿਆ ਸੀ, ਅਸੀਂ ਬੜੇ ਔਖੇ ਹੋ ਗਏ। ਫਿਰ ਸਾਨੂੰ ਕਿਸੇ ਨੇ ਮੀਆਂ ਮੁਹੰਮਦ ਅਲੀ ਜੀ ਬਾਰੇ ਦੱਸਿਆ। ਉਹਨਾਂ ਨੇ ਸਾਡੀ ਸਮੱਸਿਆ ਦਾ ਚੰਗੀ ਤਰ੍ਹਾਂ ਜੜੋਂ ਨਿਪਟਾਰਾ ਕਰ ਦਿੱਤਾ। ਹੁਣ ਅਸੀਂ ਬਹੁਤ ਖੁਸ਼। ਹੁਣੇ ਕਾਲ ਕਰੋ 98 417 18786 97797 24075।